जिंदगी क्या है एक वार नहीं कई वार क्या है। ਉਹ ਮੰਜ਼ਾਰ ਵਿੱਚ ਜੋ ਵਿਖਦੀ ਕਸ਼ਤੀ ਹੈ ਉਸ ਨੂੰ ਜਾ ਕੇ ਕਿਨਾਰੇ ਤੇ ਲਗਾ। ਦਿਲ ਨੇ ਇੱਕ ਵਾਰ ਫੇਰ ਕਿਹਾ ਉਹ ਮੇਰਾ ਕੌਣ ਹੈ, ਉਹ ਜੋ ਵੀ ਹੈ ਮੇਰੇ ਤੋਂ ਬਿਲਕੁਲ ਅਣਜਾਣ ਹੈ। ਮੁੜਦੇ ਕਦਮਾਂ ਦੀ ਹੁਣ ਵਾਰੀ ਆ ਗਈ, ਤਪਦੀ ਜ਼ਮੀਨ ਸੀ ਬਰਫ਼ ਪੈਰਾਂ ਨੂੰ ਕਿਵੇਂ ਜਮਾ ਗਈ। ਇਹ ਸਤਿੰਦਰ ਰੋਜ਼ ਤੇ ਤੂੰ ਕੀਤਾ ਹੈ ਆਪਣੇ ਨੂੰ ਪਿਆਰ, ਚੱਲ ਚਲੀਏ ਅੱਜ ਕਰੀਏ ਕੋਈ ਪਰਉਪਕਾਰ ਕੋਈ ਪਰਉਪਕਾਰ। ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ। ਪਿਆਰੇ ਦਰਸ਼ਕੋ, ਇਹ ਸਾਡੀ ਜ਼ਿੰਦਗੀ ਵੀ ਕਿੰਨੀ ਅਜੀਬ ਹੈ, ਆਪਣੀ ਵੀ ਹੈ ਪਰਾਈ ਵੀ ਹੈ, ਛੁਪੇ ਹੋਏ ਰਹੱਸਾਂ ਨਾਲ ਭਰੀ ਵੀ ਹੈ। ਕਦੇ ਵਫਾ ਕਰਦੀ ਹੈ ਕਦੇ ਬੇਵਫਾ ਹੋ ਜਾਂਦੀ ਹੈ। ਜ਼ਿੰਦਗੀ ਕੀ ਨਹੀਂ ਸਿਖਾਉਂਦੀ ਸਾਨੂੰ, ਪਿਆਰ ਵਿਵਹਾਰ ਵਪਾਰ ਹਿੰਸਾ ਅਹਿੰਸਾ, ਦੋਸਤੀ ਵੀ ਦੁਸ਼ਮਣੀ ਵੀ। ਕਦੇ ਈਮਾਨ ਦਾ ਸਬਕ ਤੇ ਕਦੇ ਬੇਈਮਾਨੀ ਦੀ ਰਾਹ 'ਤੇ ਵੀ ਤੁਰ ਪੈਂਦੀ ਹੈ। ਲੇਕਿਨ ਸਾਡੇ ਸਾਰਿਆਂ ਦੀ ਜ਼ਿੰਦਗੀ ਸਾਡਾ ਹੀ ਟੀਚਰ ਸਭ ਕੁਝ ਸਾਨੂੰ ਬੜੀ ਆਸਾਨੀ ਨਾਲ ਇਹ ਸਭ ਸਿਖਾਉਂਦਾ ਹੈ। ਬਸ ਆਪਣੇ ਤੋਂ ਬਾਹਰ ਨਿਕਲ ਕਿਸੇ ਦੀ ਲੋੜਵੰਦ ਜੀਣ ਦੇ ਸਬਕ ਕਦੇ ਘੱਟ ਤੇ ਕਦੇ ਬਹੁਤ ਘੱਟ ਸਿਖਾਉਂਦਾ ਹੈ। ਇਹ ਉਹ ਸਬਕ ਹੈ ਜਿਸ ਲਈ ਨਾ ਕਿਸੇ ਸਕੂਲ ਦੀ ਲੋੜ ਹੈ ਨਾ ਜ਼ੋਰ ਜ਼ਬਰਦਸਤੀ ਦੀ, ਬਸ ਇੱਕ ਦਿਲ ਦੀ ਲੋੜ ਹੈ। ਦਿਲ ਵਿੱਚ ਥੋੜ੍ਹੀ ਜਿਹੀ ਖਾਲੀ ਜਗ੍ਹਾ ਹੋਵੇ ਜਿਸ ਵਿੱਚ ਹੋਰਾਂ ਦੇ ਪ੍ਰਤੀ ਦਰਦ ਵਸਾਉਣ ਲਈ ਜਗ੍ਹਾ ਹੋਵੇ। ਇਸ ਦਰਦ ਦੇ ਸਮਝਣ ਨੂੰ ਹੀ ਉਪਕਾਰ ਕਹਿੰਦੇ ਨੇ ਤੇ ਪਰਉਪਕਾਰ ਕਹਿੰਦੇ ਨੇ, ਇਸੇ ਨੂੰ ਹੀ ਪਰਉਪਕਾਰ ਕਹਿੰਦੇ ਨੇ। ਪਿਆਰੇ ਦਰਸ਼ਕੋ, ਇਸ ਪਹਿਲੇ ਹਿੱਸੇ ਵਿੱਚ ਸਭ ਤੋਂ ਪਹਿਲਾਂ ਇਹ ਜਾਣੀਏ ਕਿ ਪਰਉਪਕਾਰ ਹੈ ਕੀ। ਕਦੇ ਵੀ ਕਿਸੇ ਵੀ ਵੇਲੇ ਕਿਸੇ ਦੇ ਕਿਸੇ ਵੀ ਵਜ੍ਹਾ ਨਾਲ ਮਜਬੂਰ ਹੋ ਚੁੱਕੇ ਸਰੀਰ ਦੀਆਂ ਡਬਡਬਾਉਂਦੀਆਂ ਹੋਈਆਂ ਦੋ ਅੱਖਾਂ, ਉਹ ਅੱਖਾਂ ਜਦ ਬੇਤਾਬੀ ਦੇ ਨਾਲ ਆਸਮਾਨ ਵੱਲ ਵੇਖ ਕੁਝ ਤਲਾਸ਼ ਰਹੀਆਂ ਹੁੰਦੀਆਂ ਨੇ। ਉਸ ਵਕਤ ਕਿਸੇ ਕੋਨੇ ਤੋਂ ਕੋਈ ਇਨਸਾਨ ਆ ਜਾਵੇ, ਉਹ ਇਨਸਾਨ ਉਸ ਮਜਬੂਰ ਦੀਆਂ ਡੁੱਬਦੀਆਂ ਸਾਹਾਂ ਖੁਸ਼ੀਆਂ ਵਾਪਸ ਲਿਆ ਦੇਵੇ ਤੇ ਇਸ ਖੁਸ਼ੀ ਭਰੇ ਤੋਹਫੇ ਨੂੰ ਪ੍ਰਾਪਤ ਕਰਨ ਵਾਲਾ ਇਨਸਾਨ ਦੁਬਾਰਾ ਆਸਮਾਨ ਵੱਲ ਨਹੀਂ ਦੇਖਦਾ। ਉਹ ਸਮਝ ਜਾਂਦਾ ਹੈ ਰੱਬ ਨੇ ਸੁਣ ਵੀ ਲਈ ਹੈ ਤੇ ਰੱਬ ਆ ਵੀ ਗਿਆ ਹੈ। ਕਿਸੇ ਇੱਕ ਇਨਸਾਨ ਦਾ ਦੂਸਰੇ ਲਈ ਕੀਤੇ ਜਾਣ ਵਾਲੇ ਕਿਸੇ ਮਹੱਤਵਪੂਰਨ ਕਾਰਨ ਨੂੰ ਪਰਉਪਕਾਰ ਕਹਿੰਦੇ ਨੇ। ਇੱਕ ਵਾਰੀ ਫਿਰ ਜਾਣੀਏ ਕਿ ਪਰਉਪਕਾਰ ਕੀ ਹੈ। ਇਹ ਇੱਕ ਐਸਾ ਦਾਨ ਹੈ ਜਿਸ ਲਈ ਇਤਿਹਾਸ ਦੀ ਜ਼ਬਾਨ ਖਾਮੋਸ਼ ਰਹਿੰਦੀ ਹੈ, ਇੱਕ ਐਸਾ ਜਵਾਬ ਜਿਸ ਦਾ ਕੋਈ ਸਵਾਲ ਨਹੀਂ, ਕਿਉਂਕਿ ਪਰਉਪਕਾਰ ਮੰਗਣ ਲਈ ਸਵਾਲ ਨਹੀਂ ਕੀਤਾ ਜਾ ਸਕਦਾ। ਇਹ ਤੇ ਦੇਣ ਵਾਲੇ ਦੇ ਦਿਲ ਦੀਆਂ ਤਰੰਗਾਂ ਤੋਂ ਜਨਮੇ ਆਪਣੇ ਹੀ ਸਵਾਲ ਨੇ ਤੇ ਆਪਣੇ ਹੀ ਜਵਾਬਾਂ ਦਾ ਇੱਕ ਅਨੂਠਾ ਸਿਲਸਿਲਾ ਹੈ। ਗੁਲਾਬ ਦੇ ਫੁੱਲ ਨੂੰ ਕੀ ਕਿਹਾ ਜਾਵੇ, ਧਰਤੀ ਦਾ ਕੀਤਾ ਪਰਉਪਕਾਰ ਹੈ। ਦਰਿਆ ਦਿੱਲੀ ਹੈ, ਲੇਕਿਨ ਸੱਚ ਤੇ ਇਹ ਹੈ ਕਿ ਧਰਤੀ ਖੁਸ਼ ਹੁੰਦੀ ਹੈ ਹਰ ਇੱਕ ਫੁੱਲ ਨੂੰ ਖਿੜਦਾ ਵੇਖ ਕੇ। ਆਪ ਸਾਹ ਲੈਣਾ ਕੋਈ ਪਰਉਪਕਾਰ ਨਹੀਂ ਹੈ, ਸਾਹਾਂ ਦੇ ਕੇ ਜੀਵਨ ਦਾਨ ਦੇਣਾ ਇਹ ਜ਼ਰੂਰ ਪਰਉਪਕਾਰ ਹੈ। ਮਾਂ ਸੰਤਾਨ ਨੂੰ ਜਨਮ ਦਿੰਦੀ ਹੈ, ਇਹ ਨਾ ਉਪਕਾਰ ਹੈ ਨਾ ਪਰਉਪਕਾਰ ਹੈ। ਇਹ ਤੇ ਪਿਆਰ ਦੀ ਉਹ ਉੱਚੀ ਪੌੜੀ ਹੈ ਜਿਸ ਦਾ ਇੱਕ ਛੋਰ ਤੇ ਵਿਕਦਾ ਹੈ ਲੇਕਿਨ ਦੂਸਰੇ ਕਿਨਾਰੇ ਦੀ ਸੀਮਾ ਦਾ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਕੀ ਆਖਾਂਗੇ ਠੰਡੇ ਪਾਣੀ ਨਾਲ ਦੂਰ ਤੱਕ ਵਹਿੰਦੀ ਹੋਈ ਉਸ ਨਦੀ ਨੂੰ ਜੋ ਜ਼ਿੰਦਗੀ ਦਾ ਅੰਮ੍ਰਿਤ ਦੇਣ ਦੀ ਖਾਤਰ ਆਪਣੀ ਤਕਲੀਫ ਦੀ ਪਰਵਾਹ ਕੀਤੇ ਬਿਨਾਂ ਲੰਮਾ ਸਫ਼ਰ ਤੈਅ ਕਰਦੀ ਹੈ। ਬਸ ਇਸ ਵਿੱਚ ਹੀ ਉਸ ਨੂੰ ਖੁਸ਼ੀ ਮਿਲਦੀ ਹੈ। ਇਹੀ ਉਸ ਦਾ ਸੁਭਾਅ ਹੈ, ਇਹੀ ਉਸ ਦੇ ਜੀਵਨ ਦਾ ਉਦੇਸ਼ ਹੈ, ਇਹੀ ਸ਼ੁਰੂ ਹੈ ਇਹੀ ਅੰਤ ਹੈ। ਮਾਂ ਜਾਂ ਗੰਗਾ ਮਾਂ ਦਾ ਕੀਤਾ ਕੀ ਇਹ ਉਪਕਾਰ ਹੈ? ਅੱਜ ਸਾਨੂੰ ਸੰਜੀਵਨੀ ਬੂਟੀ ਨਹੀਂ ਵਿਖਦੀ, ਲੇਕਿਨ ਪਰਉਪਕਾਰ ਦਾ ਅਸਰ ਅੱਜ ਵੀ ਉਨਾ ਹੀ ਹੈ ਜਿੰਨਾ ਰਾਮ ਕਬੀਰ ਸੂਰਦਾਸ ਦੇ ਸਮੇਂ ਜਾਗਦਾ ਸੀ। ਪਰਉਪਕਾਰ ਦੀ ਕੋਈ ਸੀਮਾ ਨਹੀਂ ਹੋ ਸਕਦੀ, ਸੀਮਾ ਖੁਸ਼ੀ ਮਿਲਣ ਦੀ ਨਹੀਂ ਹੋ ਸਕਦੀ ਤੇ ਸੀਮਾ ਖੁਸ਼ੀ ਦੇਣ ਦੀ ਕਿਵੇਂ ਹੋ ਸਕਦੀ ਹੈ। ਪਰਉਪਕਾਰ ਹੀ ਇੱਕ ਐਸਾ ਧਨ ਹੈ ਜਿਸ ਨਾਲ ਕਿਸੇ ਇੱਕ ਨੂੰ ਜੀਵਨ ਦਾਨ ਮਿਲਦਾ ਹੈ ਤੇ ਦੂਸਰੇ ਨੂੰ ਜੀਵਨ ਲਈ ਬਹੁਤ ਹੀ ਜ਼ਰੂਰੀ ਦਿਲ ਦੀ ਸ਼ਾਂਤੀ ਦਾ ਦਾਨ ਮਿਲਦਾ ਹੈ। ਦਰਸ਼ਕੋ, ਪਸ਼ੂ ਪੰਛੀਆਂ ਦਾ ਦਿਲ ਦਿਮਾਗ ਇੱਕ ਨਿਰਧਾਰਿਤ ਸੀਮਾ ਨਾਲ ਜੁੜਿਆ ਹੋਇਆ ਹੈ। ਉਹਨਾਂ ਨੂੰ ਆਪਣੀ ਭੁੱਖ ਦੂਰ ਕਰਨ ਦੇ ਸਿਵਾਏ ਹੋਰ ਕਿਸੇ ਦੇ ਦੁੱਖ ਦਰਦ ਦੇ ਅਹਿਸਾਸ ਲਈ ਜ਼ਰੂਰੀ ਸੰਵੇਦਨਾ ਆਪਣੇ ਵਿੱਚ ਸਮਾ ਕੇ ਰੱਖਣ ਵਾਲੀ ਸ਼ਕਤੀ ਦਾ ਕੋਈ ਵੀ ਅਨੁਭਵ ਨਹੀਂ ਹੈ। ਕੰਪਿਊਟਰ ਦੀ ਸੋਚਣ ਸ਼ਕਤੀ ਇਨਸਾਨ ਤੋਂ ਵੀ ਜਿੱਤ ਚੁੱਕੀ ਹੈ। ਬੜੀ ਹੀ ਜਲਦੀ ਅੰਦਰ ਵਸਦੀ ਕਿਤਾਬ ਨੂੰ ਪੜ੍ਹ ਕੇ ਜਵਾਬ ਲਈ ਤਿਆਰ ਹੋ ਜਾਂਦਾ ਹੈ। ਲੇਕਿਨ ਪਰਉਪਕਾਰ ਲਈ ਦਿਮਾਗ ਦੀ ਨਹੀਂ ਦਿਲ ਦੀ ਲੋੜ ਹੁੰਦੀ ਹੈ।
ਦਿਲ ਵਿੱਚ ਦੂਸਰਿਆਂ ਪ੍ਰਤੀ ਜਨਮੇ ਪਿਆਰ ਦੀ ਲੋੜ ਹੈ। ਇਹ ਪਰਉਪਕਾਰ ਕਰਨ ਦਾ ਵਰਦਾਨ ਤੇ ਸਿਰਫ ਇਨਸਾਨਾਂ ਨੂੰ ਹੀ ਮਿਲਿਆ ਹੈ। ਕੋਈ ਉਪਕਾਰ ਕਰਨਾ, ਆਪਣੇ ਰੱਬ ਨੂੰ ਫੁੱਲ ਅਰਪਣ ਕਰਨਾ ਇੱਕ ਹੀ ਗੱਲ ਹੈ। ਜੇ ਧਾਰਮਿਕ ਸਥਾਨਾਂ ਵਿੱਚ ਅਸੀਂ ਰੱਬ ਦੀ ਨਿਗਾਹ ਦੇ ਸਾਹਮਣੇ ਹੁੰਦੇ ਹਾਂ ਤੇ ਕਿਸੇ ਨੂੰ ਜੀਵਨ ਲਈ ਜ਼ਰੂਰੀ ਖੁਸ਼ੀਆਂ ਦੇਣ ਵੇਲੇ ਅਸੀਂ ਆਪਣੇ ਰੱਬ ਦੇ ਹੋਰ ਨੇੜੇ ਹੋ ਜਾਂਦੇ ਹਾਂ, ਹੋਰ ਸਾਹਮਣੇ ਆ ਜਾਂਦੇ ਹਾਂ। ਸੱਚੇ ਸਹਿਜ ਸਰਲ ਰੱਬ ਦੇ ਰੂਪ। ਛੋਟੇ ਬੱਚੇ ਨੂੰ ਛੱਡ ਦਈਏ, ਬਾਕੀ ਜੋ ਵੀ ਅੱਜ ਬਾਜ਼ਾਰ ਜਾਂਦਾ ਹੈ ਹਿਸਾਬ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਹੈ। ਆਪਣੇ ਲਈ ਇਕੱਠੀ ਕੀਤੀਆਂ ਹੋਈਆਂ ਖੁਸ਼ੀਆਂ ਦਾ ਹਿਸਾਬ ਅਸੀਂ ਕਦੇ ਵੀ ਗਿਣ ਸਕਦੇ ਹਾਂ। ਜ਼ਿੰਦਗੀ ਵਿੱਚ ਕਿੰਨੀ ਵਾਰੀ ਅਸੀਂ ਆਪਣੀ ਖੁਸ਼ੀਆਂ ਦਾ ਥੋੜਾ ਜਿਹਾ ਹਿੱਸਾ ਵੀ ਕਿਸੇ ਹੋਰ ਦੇ ਹਵਾਲੇ ਕੀਤਾ ਹੈ। ਸ਼ਾਇਦ ਹਿਸਾਬ ਦਾ ਇਹ ਵਰਕਾ ਖਾਲੀ ਹੈ। ਪਿਆਰੇ ਦਰਸ਼ਕੋ, ਜ਼ਿੰਦਗੀ ਦਾ ਸੱਚ, ਅਰਥ ਜਾਂ ਫਿਰ ਸੱਚ ਤੇ ਇਹੀ ਹੈ। ਚੱਕੀ ਦੇ ਦੋ ਪੱਥਰਾਂ ਵਿੱਚੋਂ ਜਿਵੇਂ ਆਟਾ ਨਿਕਲਦਾ ਹੈ, ਉਹੀ ਤੇ ਹੈ ਅਰਥ ਸਾਡੀ ਜ਼ਿੰਦਗੀ ਦਾ ਵੀ। ਤੇ ਉਹ ਦੋ ਜ਼ਰੂਰੀ ਪੱਥਰ ਕੀ ਹਨ? ਇੱਕ ਹੈ ਆਪਣੇ ਜੀਵਨ ਨੂੰ ਅੱਗੇ ਚਲਾਉਣ ਲਈ ਜ਼ਰੂਰੀ ਉਪਰਾਲੇ ਕਰਦੇ ਰਹਿਣਾ। ਕਿਸੇ ਦਰਦਮੰਦ ਲਈ ਦਵਾ ਬਣ ਕੇ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਉਸ ਦੀ ਪੀੜਾ ਦੇ ਹਵਾਲੇ ਕਰ ਦੇਣਾ। ਸਾਡੇ ਬਜ਼ੁਰਗ ਕਹਿੰਦੇ ਨੇ ਇਹ ਦੁਨੀਆ ਰੱਬ ਨੇ ਵਸਾਈ ਹੈ। ਅਸੀਂ ਕਹਿੰਦੇ ਹਾਂ ਅੱਜ ਦੁਨੀਆ ਤੇ ਵਸੇ ਰਹਿਣ ਦੀ ਵਜ੍ਹਾ ਪਰਉਪਕਾਰ ਹੈ। ਦਿਲਾਂ ਵਿੱਚ ਵਸਿਆ ਪਿਆਰ ਹੈ, ਦਿਲਾਂ ਵਿੱਚ ਵਸਿਆ ਪਿਆਰ। ਪ੍ਰੋਗਰਾਮ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਪਿਆਰੇ ਦਰਸ਼ਕੋ, ਅੱਜ ਇਸ ਸੰਸਾਰ ਨੇ ਭਾਵੇਂ ਕਿੰਨੀ ਵੀ ਵਿਸ਼ਾਲ ਆਧੁਨਿਕਤਾ ਦੀ ਚੱਦਰ ਆਪਣੇ ਉੱਪਰ ਓੜ ਲਿੱਤੀ ਹੋਵੇ, ਵੇਖੀਏ, ਸੋਚੀਏ, ਜਾਣੀਏ ਪਾਵਾਂਗੇ ਕਿ ਇਸ ਦੁਨੀਆ ਦੇ ਹਰ ਇੱਕ ਕੋਨੇ ਤੇ ਇੱਕ ਗੱਲ ਅੱਜ ਵੀ ਉਹੀ ਹੈ, ਉਹ ਹੈ ਪਰਉਪਕਾਰ। ਪਰਉਪਕਾਰ ਲਈ ਇਕੱਠਾ ਕੀਤਾ ਜਾਣ ਵਾਲਾ ਸਾਜੋ ਸਮਾਨ, ਪਿਆਰ ਮੁਹੱਬਤ ਆਦਿ ਮਾਨਵ ਸਭਿਆ ਦਾ ਹੋਵੇ, ਰਿਸ਼ੀ ਮੁਨੀਆਂ ਦਾ ਸਮਾਂ ਜਾਂ ਫਿਰ ਅੱਜ ਦੇ ਇਨਸਾਨਾਂ ਨਾਲ ਸੱਜਿਆ ਸਮਾਂ, ਵਕਤ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੱਲ੍ਹ ਵੀ ਇੱਕ ਬੂੰਦ ਕਾਫੀ ਸੀ ਪਰਉਪਕਾਰ ਕਰਨ ਲਈ। ਪਰਉਪਕਾਰ ਕਰਨ ਲਈ ਅੱਜ ਵੀ ਜ਼ਰੂਰੀ ਹੈ ਇੱਕ ਬੂੰਦ ਭਾਵੇਂ ਪਾਣੀ ਦੀ ਹੋਵੇ ਜਾਂ ਫਿਰ ਦਿਲ ਵਿੱਚ ਸਮਾਏ ਥੋੜੇ ਜਿਹੇ ਪਿਆਰ ਦੀ। ਅੱਜ ਝੁੱਕ ਕੇ ਜੀਣ ਵਾਲਾ ਹਰ ਗਰੀਬ ਇਨਸਾਨ ਹੋਰ ਵੀ ਜ਼ਮੀਨ ਦੀ ਸਤ੍ਹਾ ਤੇ ਜੀਣ ਲਈ ਮਜਬੂਰ ਹੋਈ ਜਾ ਰਿਹਾ ਹੈ। ਪਿਆਰੇ ਦਰਸ਼ਕੋ, ਅੱਜ ਕਿੰਨੀ ਵੱਡੀ ਇਹ ਦੁਨੀਆ ਹੈ ਅਸੀਂ ਨਾਪ ਹੀ ਚੁੱਕੇ ਹਾਂ। ਜਾਣਦੇ ਹਾਂ ਸੰਸਾਰ ਦਾ ਆਕਾਰ ਕਿੰਨਾ ਹੈ। ਅਲੱਗ-ਅਲੱਗ ਭਾਸ਼ਾਵਾਂ ਦੀ ਗਿਣਤੀ ਵੀ ਹੈ ਅੱਜ ਸਾਡੇ ਕੋਲ। ਅਲੱਗ-ਅਲੱਗ ਭਾਸ਼ਾਵਾਂ ਵਿੱਚ ਕਹੀ ਜਾ ਰਹੀ ਗੱਲ ਅਸੀਂ ਨਹੀਂ ਸਮਝ ਸਕਦੇ, ਲੇਕਿਨ ਸੁੱਖ ਦੁੱਖ ਇਨਸਾਨੀਅਤ ਨਾਲ ਜੁੜੀਆਂ ਕਿਰਿਆਵਾਂ ਨੂੰ ਸਮਝਣ ਲਈ ਹਰ ਭਾਸ਼ਾ ਦੇ ਗਿਆਨ ਦੀ ਕਦੋਂ ਲੋੜ ਹੈ। ਕਿਸੇ ਦੇ ਦੁੱਖ ਨੂੰ ਸਮਝਣ ਲਈ ਭਾਸ਼ਾ ਦੇ ਗਿਆਨ ਦੀ ਲੋੜ ਨਹੀਂ। ਤੁਸੀਂ ਜਾਣਦੇ ਹੋ ਅੱਜ ਹਰ ਇੱਕ ਗਰੀਬ ਇਨਸਾਨ ਆਸਮਾਨ ਵੱਲ ਵੇਖ ਕੇ ਕੀ ਸੋਚ ਰਿਹਾ ਹੁੰਦਾ ਹੈ। ਕਿਸੇ ਰੱਬ ਦੇ ਆਉਣ ਦਾ ਇੰਤਜ਼ਾਰ ਨਹੀਂ ਕਰ ਰਿਹਾ, ਉਹ ਤੇ ਆਸਮਾਨ ਵੱਲ ਵੇਖ ਕੇ ਇਹ ਸੋਚ ਰਿਹਾ ਹੁੰਦਾ ਹੈ ਕਿ ਇਨਸਾਨ ਅੱਜ ਚੰਦ ਵਰਗੀ ਉਚਾਈ ਤੇ ਪਹੁੰਚ ਕੇ ਘਰ ਬਣਾਉਣ ਲਈ ਕਿੰਨਾ ਉਤਸੁਕ ਬੇਤਾਬ ਹੈ, ਕੋਸ਼ਿਸ਼ ਦੀ ਤਿਆਰੀ ਵਿੱਚ ਹੈ। ਕਦੋਂ ਚੰਦ ਤੇ ਘਰ ਬਣੇ, ਉਸ ਦੀਆਂ ਖੁਸ਼ੀਆਂ ਨੂੰ ਇੱਕ ਹੋਰ ਖੁਸ਼ੀ ਮਿਲ ਸਕੇ। ਗਰੀਬ ਸੋਚਦਾ ਹੈ ਆਸਮਾਨ ਵੱਲ ਵੇਖ ਕੇ ਇਹ ਸਾਰੇ ਅੱਜ ਚੰਦ ਦੀ ਧਰਤੀ ਤੇ ਆਪਣੇ ਘਰ ਵਸਾ ਰਹੇ ਨੇ। ਇੱਕ ਅਸੀਂ ਵੀ ਹਾਂ ਜਿਨ੍ਹਾਂ ਨੂੰ ਧਰਤੀ ਤੇ ਵੀ ਆਪਣਾ ਘਰ ਲੱਭਦੇ ਹੋਏ ਉਮਰ ਗੁਜ਼ਰ ਗਈ ਹੈ। ਗਰੀਬ ਇਨਸਾਨ ਦੀ ਜ਼ੁਬਾਨ ਹੈ ਲੇਕਿਨ ਉਸ ਵਿੱਚ ਆਵਾਜ਼ ਨਹੀਂ। ਜੇ ਜਾਣਨਾ ਸੁਣਨਾ ਚਾਹੀਏ ਤਾਂ ਪਾਵਾਂਗੇ ਕਿ ਉਹ ਜ਼ੁਬਾਨ ਕੀ ਕਹਿਣਾ ਚਾਹੁੰਦੀ ਹੈ। ਪਹਿਲਾਂ ਆਪਣੀ ਧਰਤੀ ਨੂੰ ਤਾਂ ਪੂਰੀ ਤਰ੍ਹਾਂ ਵੇਖ ਲੈ ਕਿ ਕੀ ਹਾਲਤ ਹੋ ਰਹੀ ਹੈ ਸਾਡੀ। ਨਾ ਗੋਦੀ ਵਿੱਚ ਰੋਂਦੇ ਬੱਚੇ ਲਈ ਉਮੀਦ ਹੈ, ਨਾ ਬਿਮਾਰ ਲਈ ਦੁਆ ਹੈ, ਨਾ ਭੁੱਖ ਮਿਟਾਉਣ ਲਈ ਕੁਝ ਹੈ, ਨਾ ਸਿਰ ਛੁਪਾਉਣ ਲਈ ਛੱਤ ਹੈ। ਇਹ ਚੰਦ ਨੂੰ ਵੇਖਣ ਦੀ ਸੋਝੀ ਰੱਖਣ ਵਾਲੇ ਪਹਿਲਾਂ ਆਪਣੀ ਧਰਤੀ ਨੂੰ ਤਾਂ ਪੂਰੀ ਤਰ੍ਹਾਂ ਵੇਖ ਲੈ, ਪੂਰੀ ਤਰ੍ਹਾਂ ਵੇਖ ਲੈ।